ਵਾਇਸ ਆਫ ਪੰਜਾਬ ਦੇ ਨਾਲ ਮੈਂ ਹਾਂ ਹਾਫਿਜ਼ ਖਾਲਿਦ ਤੇ ਅੱਜ ਵਾਇਸ ਆਫ ਪੰਜਾਬ ਦੀ ਟੀਮ ਤੁਹਾਨੂੰ ਲੈ ਕੇ ਆਈ ਆ ਡਿਸਟ੍ਰਿਕਟ ਪਾਕਪਤਨ ਦੀ ਤਹਿਸੀਲ ਆਰਿਫਾਲਾ ਦੇ ਅੰਦਰ ਮਿਕਸ FM 100 ਰੇਡੀਓ ਦੇ ਆਫਿਸ ਦੇ ਅੰਦਰ। ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਮੌਜੂਦ ਆ ਕਿਸੇ ਤਾਰਫ ਦੀ ਮੁਹਤਾਜ ਨਹੀਂ ਗੀ, ਚूँकि ਤੁਸੀਂ ਹੁਣ ਤੱਕ ਇਹਨਾਂ ਦੀ ਆਵਾਜ਼ ਸੁਣੀ ਆ ਤੇ ਅੱਜ ਵਾਇਸ ਆਫ ਪੰਜਾਬ ਦੀ ਟੀਮ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਉਹ ਚਿਹਰਾ ਦਿਖਾਇਆ ਜਾਏ ਜਿਹਨੂੰ ਤੁਸੀਂ 24 ਆਵਰ ਜਿਹੜਾ ਨਾ ਜੀ ਉਹ FM ਤੇ ਸੁਣਦੇ ਹੋ ਔਰ ਉਹਨਾਂ ਦੇ ਫੈਨ ਵੀ ਹੋ। ਅਗਰ ਇਹਨਾਂ ਦੀ ਫੈਨ ਫੋਲੋਵਰ ਦੇਖੀ ਜਾਏ ਤਾਂ ਬਹੁਤ ਜ਼ਿਆਦਾ ਹੋ ਮਾਸ਼ਾਅੱਲਾ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਅੱਜ ਇਹਨਾਂ ਨਾਲ ਗੁਫ਼ਤਗੂ ਕਰਵਾਈ ਜਾਵੇ, ਜਿਹੜੇ ਤੁਹਾਡੇ ਦਿਲਾਂ 'ਚ ਸਵਾਲ ਨੇ ਇਹਨਾਂ ਦੇ ਮੁਤਲਕ ਉਹ ਤੁਹਾਨੂੰ ਸੁਣਾਏ ਜਾਣ, ਉਹਨਾਂ ਦੇ ਜਵਾਬ ਦਿੱਤੇ ਜਾਣ। ਤੇ ਮੇਰੇ ਨਾਲ ਜਿਹੜੀ ਸ਼ਖਸੀਅਤ ਮੌਜੂਦ ਹੈ मोहतरम जनाब RJ अली साहब ने ਜਿਹੜੇ FM मिक्स 100 ਆਰਿਫਾਲਾ ਨੂੰ ਕੰਟਰੋਲ ਕਰ ਰਹੇ ਨੇ। ਤੇ ਆਓ ਇਹਨਾਂ ਨਾਲ ਕੁਝ ਗੁਫ਼ਤਗੂ ਕਰਨੇ ਆ ਔਰ ਇਹਨਾਂ ਦੀ ਕੁਝ ਜਿਹੜੀ ਇਹਨਾਂ ਦੀ ਹਿਸਟਰੀ ਦੇ ਮੁਤਲਕ ਜਾਣਦੇ ਆ, ਇਹ ਆਰਿਫਾਲਾ ਕਿਵੇਂ ਆਏ ਨੇ, ਬੇਸ਼ੱਕ ਕਿੱਥੋਂ ਦੇ ਰਹਿਣ ਵਾਲੇ ਨੇ, ਐਸੇ ਦਿਲਚਸਪ ਸਵਾਲ ਜਿਨ੍ਹਾਂ ਦੇ ਜਵਾਬ ਤੇ ਤੁਸੀਂ ਮੁੰਤਜ਼ਰ ਹੋ। अस्सलाम वालेकुम अली भाई। वालेकुम सलाम मोहतरम की हाल चाल है? अल्हम्दुलिल्लाह सर बहुत मेहरबानी, ਤੁਸੀਂ ਜਿਹੜਾ ਨਾ ਜੀ ਆਪਣੇ ਫੋਲੋਵਰ ਨੂੰ ਅੱਜ ਆਪਣਾ ਚਿਹਰਾ ਦਿਖਾ ਦਿੱਤਾ ਵਾ ਤੇ ਲੋਕਾਂ ਨੇ ਤੁਹਾਨੂੰ ਹੁਣ ਤੱਕ ਸੁਣਿਆ ਹੈ, ਦੇਖਿਆ ਨਹੀਂਗਾ। ਬਿਲਕੁਲ ਹੈ ਜੀ। ਤੇ ਅਸੀਂ ਕੋਸ਼ਿਸ਼ ਕੀਤੀ ਹੈ ਵਾਇਸ ਆਫ ਪੰਜਾਬ ਦੀ ਟੀਮ ਨੇ ਕਿ ਤੁਹਾਨੂੰ ਦਿਖਾ ਦਿੱਤਾ ਜਾਵੇ ਕਿ ਜਿਹਨਾਂ ਨੂੰ RJ ਅਲੀ ਲੋਕ ਸੁਣਦੇ ਨੇ ਉਹ ਸ਼ਖਸੀਅਤ ਕੌਣ ਨੇ। ਸਭ ਤੋਂ ਪਹਿਲੇ ਤਾਂ ਮੈਂ ਵੌਇਸ ਆਫ ਪੰਜਾਬ ਦੀ ਜਿਹੜੀ ਟੀਮ ਹੈ ਖਾਸ ਤੌਰ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਰਾਬਤਾ ਕੀਤਾ। ਸ਼ੁਕਰੀਆ। ਔਰ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਕਿ ਅਸੀਂ ਵੀ ਤੁਹਾਡੇ ਚੈਨਲ ਤੇ ਆ ਜਾਈਏ ਔਰ ਤੁਸੀਂ ਫੇਮਸ ਹੋ ਜੀ, ਸਾਡੇ ਨਾਲੋਂ ਜ਼ਿਆਦਾ ਫੇਮਸ ਹੋ। ਸਾਡੇ ਜਿਹੜੇ ਚਾਹਣ ਵਾਲੇ ਨੇ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਾਨੂੰ ਉਹਨਾਂ ਦੇ ਨਾਲ ਡਾਇਰੈਕਟ ਮਿਲਵਾ ਰਹੇ ਜੀ ਅਲੀ ਭਾਈ, ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਆ ਪਬਲਿਕ ਵੱਲੋਂ, ਜਿਹੜਾ ਮੈਂ ਆਰਿਫਾਲੇ 'ਚ ਰਹਿ ਕੇ ਲੋਕਾਂ ਨੂੰ ਮਿਲ ਕੇ ਤੁਹਾਡੇ ਬਾਰੇ ਸੁਣਿਆ ਨਾ ਜੀ, ਤੁਹਾਨੂੰ RJ ਕਿਉਂ ਕਿਹਾ ਜਾਂਦਾ ਹੈ? RJ ਕਹਿੰਦੇ ਨੇ ਰੇਡੀਓ ਜੋਕੀ ਨੂੰ, ਜਿਹੜਾ ਵੀ ਰੇਡੀਓ ਤੇ ਪ੍ਰੋਗਰਾਮ ਕਰ ਰਿਹਾ ਹੁੰਦਾ ਹੈ ਨਾ ਉਹਨੂੰ ਰੇਡੀਓ ਜੋਕੀ ਕਹਿੰਦੇ ਨੇ, ਯਾਨੀ ਕਿ ਰੇਡੀਓ ਤੇ ਬੈਠ ਕੇ ਲੋਕਾਂ ਨੂੰ ਇੰਟਰਟੇਨ ਕਰਨਾ, ਉਹਨੂੰ ਰੇਡੀਓ ਜੋਕੀ ਬੋਲਿਆ ਜਾਂਦਾ। ਯਾਨੀ ਕਿ ਅਗਰ ਕੋਈ ਵੀ ਨਾਮ ਹੋਏਗਾ ਉਹਦੇ ਨਾਲ RJ ਲੱਗੇਗਾ, ਜਿਹੜਾ ਬੰਦਾ ਵੀ ਤੁਹਾਡੀ ਫੀਲਡ 'ਚ ਹੋਏਗਾ। ਬਿਲਕੁਲ, ਜਿਹੜਾ ਬੰਦਾ ਰੇਡੀਓ ਤੇ ਪ੍ਰੋਗਰਾਮ ਕਰੇਗਾ ਨਾ ਉਹਦੇ ਨਾਮ ਦੇ ਨਾਲ RJ ਜ਼ਰੂਰ ਲੱਗੇਗਾ। ਕੁਝ ਲੋਕ ਪ੍ਰੈਜ਼ੈਂਟਰ ਲਿਖਵਾ ਲੈਂਦੇ ਨੇ ਤੇ ਜ਼ਿਆਦਾਤਰ ਜਿਹੜਾ ਲਫ਼ਜ਼ ਇਸਤੇਮਾਲ ਹੁੰਦਾ ਨਾ ਉਹ RJ ਇਸਤੇਮਾਲ ਹੁੰਦਾ, ਰੇਡੀਓ ਜੋਕੀ, ਤਾਂ ਕਿ ਲੋਕ ਸਮਝ ਜਾਣ। ਮੈਨੂੰ ਅੱਜ ਪਤਾ ਲੱਗਿਆ, ਮੈਂ ਵੀ ਸਮਝ ਰਿਹਾ ਸੀ ਸ਼ਾਇਦ ਤੁਹਾਡੇ ਕਿਸੇ ਨਾਮ ਦਾ ਮੁਖੱਫਫ। ਤੁਸੀਂ ਕਿਹਾ ਸ਼ਾਇਦ ਰੇਡੀਓ ਜਰਨਲਿਸਟ ਜਾਂ ਰੋਡ ਜਰਨਲਿਸਟ। ਨਹੀਂ ਜੀ, ਮੈਂ ਤਾਂ ਇਹੀ ਸਮਝਿਆ ਸੀ ਵੀ ਤੁਹਾਡੇ ਨਾਮ ਦਾ, ਜਿਵੇਂ ਮੈਂ ਅਕਸਰ ਲਿਖ ਦਿੰਦਾ HM ਖਾਲਿਦ, ਆਫਲ ਮੁਹੰਮਦ ਖਾਲਿਦ। ਕਾਫੀ ਸਾਰੇ ਲੋਕ, ਬਲਕਿ ਮੈਨੂੰ ਨਾ ਇਸ ਲਫ਼ਜ਼ ਦੀ ਵਜ੍ਹਾ ਤੋਂ ਕਾਫੀ ਦਫਾ ਮੁਸ਼ਕਿਲਾਤ ਵੀ ਆਉਂਦੀਆਂ ਨੇ ਕਿ ਲੋਕ ਮੇਰੇ ਅਸਲ ਨਾਮ ਨੂੰ ਭੁੱਲ ਜਾਂਦੇ ਨੇ। ਉਹ ਮੈਨੂੰ ਕੋਈ ਰਾਜ ਕੋਈ ਕਹਿਣ ਲੱਗ ਪੈਂਦਾ ਹੈ, ਕੋਈ RJ, ਜਿਹੜਾ ਸਮਝਦਾ ਹੈ ਉਹ RJ ਕਹਿੰਦਾ, ਜਿਹੜਾ ਨਹੀਂ ਸਮਝਦਾ ਉਹ ਰਾਜ ਕਹਿਣ ਲੱਗ ਪੈਂਦਾ, ਔਰ ਮੈਨੂੰ ਬੜਾ ਔਕਵਰਡ ਜਿਹਾ ਲੱਗਦਾ ਹੈ। ਆਰਿਫਾਲਾ ਦੇ ਲੋਕ ਤੁਹਾਨੂੰ ਕੁਛ ਇਹ ਸਮਝ ਰਹੇ ਨੇ ਕਿ ਤੁਸੀਂ ਬੇਸਿਕ ਆਰਿਫਾਲਾ ਤੋਂ, ਦਰਅਸਲ ਕੀ ਹਕੀਕਤ ਹੈ? ਵਜ੍ਹਾ ਇਹ ਆ ਕਿ ਵੈਸੇ ਤੇ ਮੈਂ ਅਲਹਮਦੁਲਿਲਾ ਮੇਰਾ ਸ਼ਹਿਰ ਕਸੂਰ ਹੈ, ਬਾਬਾ ਬੁੱਲੇ ਸ਼ਾਹ ਦੀ ਨਗਰੀ। ਹਾਂ, ਤੇ ਉੱਥੋਂ ਦੀ ਜਿਹੜੇ ਨਾ ਨੂਰ ਜਹਾਨ ਮਾਸ਼ਾਅੱਲਾ ਬਹੁਤ ਜ਼ਿਆਦਾ ਫੇਮਸ ਹੋਈਆਂ ਨੇ, ਸਾਰੀ ਉੱਥੋਂ ਦੀ ਰਹਿਸ਼ ਹੈ। ਲੇਕਿਨ ਆਰਿਫਾਲਾ ਦੇ ਵਿੱਚ ਆ ਕੇ ਜਿਸ ਤਰ੍ਹਾਂ ਮਿਹਨਤ ਕੀਤੀ, ਆਰਿਫਾਲਾ ਦੇ ਲੋਕਾਂ ਨੇ ਜਿਸ ਤਰ੍ਹਾਂ ਪਿਆਰ ਕੀਤਾ, ਜਿਵੇਂ ਇੱਥੇ ਟਾਈਮ ਗੁਜ਼ਰਿਆ ਨਾ, ਤੇ ਹੁਣ ਮੈਂ ਆਰਿਫਾਲਾ ਨੂੰ ਆਪਣਾ ਘਰ ਸਮਝਣਾ। ਤੁਹਾਡਾ ਦੂਸਰਾ ਹੋਮ ਟਾਊਨ ਆਰਿਫਾਲਾ ਹੈ ਤੇ ਇਸ ਲਈ ਉਹਨਾਂ ਦਾ ਹੱਕ ਬਣਦਾ ਕਿ ਸਾਨੂੰ ਇੱਥੋਂ ਦਾ ਸਮਝਣ। ਸਹੀ ਹੋ ਗਿਆ। ਤੁਹਾਡੀ ਬੇਸਿਕ ਐਜੂਕੇਸ਼ਨ ਤਾਲੀਮ ਕੀ ਹੈ? ਮੇਰੀ ਬੇਸਿਕ ਐਜੂਕੇਸ਼ਨ ਜਿਹੜੀ ਹੈ ਨਾ, ਮੈਂ D.Com ਕੀਤਾ ਸੀ ਉਸ ਤੋਂ ਕਸੂਰ ਤੋਂ ਹੀ, ਕਾਮਰਸ ਕਾਲਜ ਦੇ ਵਿੱਚੋਂ। ਉਸ ਤੋਂ ਬਾਅਦ ਤੇ ਮਤਲਬ ਕੰਪਿਊਟਰ ਕੋਰਸਿਸ ਕੀਤੇ, ਮੈਂ ਸ਼ਾਰਟ ਕੋਰਸਿਸ ਮੈਂ ਕੀਤੇ ਤੇ ਬਸ ਇਹੀ ਮਤਲਬ ਇੱਥੋਂ ਤੱਕ ਹੀ, ਮਤਲਬ ਕੋਈ MPhil ਵਗੈਰਾ ਮੈਂ ਨਹੀਂ ਕੀਤਾ, ਸਿਰਫ ਇੱਕ ਬੇਸਿਕ ਜਿੰਨੀ ਕੁ ਮੈਨੂੰ ਜ਼ਰੂਰਤ ਸੀ ਉਹਨਾਂ ਕੋ ਪੜ੍ਹਿਆ। FM ਦੇ ਵਿੱਚ ਤੁਹਾਨੂੰ ਸ਼ੌਕ ਲੈ ਕੇ ਆਇਆ ਮਜਬੂਰੀ? FM ਦੇ ਵਿੱਚ ਨਾ ਇਹ ਬੜੀ ਅਜੀਬ ਜੀ ਗੱਲ ਹੈ, ਤੁਸੀਂ ਆਖੋਗੇ ਕਿ ਯਾਰ RJ ਕਿਸ ਤਰ੍ਹਾਂ ਦਾ ਬੰਦਾ ਹੈ। ਮੈਂ ਨਾ ਕਸੂਰ ਦੇ ਵਿੱਚ ਰੇਡੀਓ ਸੁਣਦਾ ਸੀ ਤੇ ਉੱਥੇ ਇੱਕ RJ ਪ੍ਰੋਗਰਾਮ ਕਰਦੇ ਸੀ, ਉਹ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਲੇਡੀਜ਼ ਸੀ ਉਹ, ਤੇ ਮੈਨੂੰ ਸਿਰਫ ਉਸ RJ ਨੂੰ ਦੇਖਣ ਦਾ ਸ਼ੌਕ ਸੀ। ਉਹਨੂੰ ਦੇਖਣ ਗਿਆ ਸੀ ਕਿ ਮੈਂ ਉਹਨੂੰ ਦੇਖਾਂਗਾ ਕਿ ਉਹ ਮਤਲਬ ਖੁਦ RJ ਹੋ ਗਿਆ। ਔਰ ਸਾਡੇ ਜਾਂ ਬਦਕਿਸਮਤੀ ਦੇਖੋ ਕਿ ਜਦੋਂ ਉਹਨੂੰ ਦੇਖਣ ਗਿਆ ਸਾਡੇ ਜਾਣ ਤੋਂ ਪਹਿਲੇ ਉਹ ਛੱਡ ਕੇ ਚਲੇ ਗਏ ਤੇ ਅਸੀਂ ਫਿਰ ਇੱਥੋਂ ਜੋਗੇ ਰਹਿ ਗਏ। ਕਿੰਨੀ ਦੇਰ ਤੋਂ ਤੁਸੀਂ ਮੁਨਸਲਕ ਹੋ FM ਦੇ ਨਾਲ? 2010 ਦੇ ਵਿੱਚ ਮੈਂ ਜੁਆਇਨ ਕੀਤਾ ਸੀ ਕਸੂਰ FM 99 ਸਾਡਾ ਹੈ। ਉਸ ਤੋਂ ਬਾਅਦ ਤੇ ਸਾਡਾ ਕਸੂਰ ਤੋਂ ਬਾਅਦ ਲਾਹੌਰ ਦੇ ਵਿੱਚ ਸਾਡਾ ਮੈਗਜ਼ੀਨ ਦਾ ਆਫਿਸ ਹੈਗਾ, ਫਲੇਅਰ ਮੈਗਜ਼ੀਨ, ਮਾਸ਼ਾਅੱਲਾ ਲੀਡਿੰਗ ਮੈਗਜ਼ੀਨ ਹੈ ਸਾਡਾ, ਉੱਥੇ 2 ਸਾਲ ਜੌਬ ਕੀਤੀ। ਉਸ ਤੋਂ ਬਾਅਦ ਤੇ ਫਿਰ ਉਹਨਾਂ ਮੈਨੂੰ ਆਰਿਫਾਲਾ ਜਿਹੜਾ ਨਾ ਭੇਜ ਦਿੱਤਾ, ਫਿਰ ਇੱਥੇ ਤੁਹਾਡੇ ਕਦਮਾਂ 'ਚ ਅਸੀਂ ਆ ਗਏ। ਸਾਡੀ ਆਰਿਫਾਲੇ ਦੀ ਖੁਸ਼ਕਿਸਮਤੀ ਹੈ, ਸਾਨੂੰ ਤੁਸੀਂ ਲੱਭੇ ਹੋ ਮਾਸ਼ਾਅੱਲਾ। ਕਿੰਨੀ ਦੇਰ ਹੋ ਗਈ ਆਰਿਫਾਲੇ ਤੁਹਾਨੂੰ ਕਰਦੇ ਕੰਮ? 2014 ਦੇ ਵਿੱਚ ਆਰਿਫਾਲਾ ਦੇ ਵਿੱਚ ਅਸੀਂ ਆਏ ਸੀ
ਤੇ FM ਜਿਹੜਾ FM 100 ਅਸੀਂ ਲਾਂਚ ਕੀਤਾ ਜਨਵਰੀ 2015 ਦੇ ਵਿੱਚ ਅਸੀਂ ਲਾਂਚ ਕੀਤਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਹੀ ਹਾਂ। ਆਰਾ ਵਾਲਾ ਹੀ ਹੈ। ਹਾਂਜੀ ਆਰ ਤੇ ਘਰ ਕਿਦੋਂ ਜਾਂਦੇ ਹੋ? ਜਦੋਂ ਦਿਲ ਕਰੇ। ਨਹੀਂ, ਇੱਕ ਟਾਈਮਿੰਗ ਹੁੰਦੀ, ਇੱਕ ਡਿਊਟੀ ਤੁਹਾਡੀ ਇੱਥੇ ਮਤਲਬ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਨਾ ਕਿ ਬਾਅਦ ਹਫਤੇ ਬਾਅਦ ਚਲੇ ਜਾਈਦਾ, 2 ਹਫ਼ਤੇ ਬਾਅਦ ਚਲੇ ਜਾਈਦਾ, ਜਾਂ ਆਫਿਸ ਦੇ ਮਾਮਲਾਤ ਕੁਝ ਐਸੇ ਹੋਣ, ਬਹੁਤ ਜ਼ਰੂਰੀ ਮੀਟਿੰਗਸ ਇੱਥੇ ਹੁੰਦੀਆਂ ਨੇ। ਸਾਰੀ ਗੱਲ ਮਾਰਕੀਟਿੰਗ ਵੀ ਨਾਲ ਮੇਰੇ ਕੋਲ ਹੈ। ਮੀਟਿੰਗਸ ਦੀ ਵਜ੍ਹਾ ਤੋਂ ਬਾਅਦ ਦਫਾ ਐਸਾ ਹੁੰਦਾ ਕਿ ਅਗਲੇ ਹਫਤੇ ਮੈਂ ਘਰ ਜਾਣਾ ਤੇ ਉਸ ਹਫਤੇ ਮੈਨੂੰ ਲੋਕ ਮੀਟਿੰਗ ਦਾ ਟਾਈਮ ਦੇ ਦਿੰਦੇ ਨੇ ਤੇ ਫਿਰ ਮੈਂ ਸਮਝਣਾ ਕਿ ਹਾਂ ਉਹ ਮੈਨੂੰ ਮੀਟਿੰਗਸ ਜਿਹੜੀਆਂ ਨਾ ਉਹ ਅਟੈਂਡ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਟਾਈਮ ਜਿਹੜਾ ਨਾ ਕਿਸੇ ਨੂੰ ਬੰਦਾ ਦੇ ਲਵੇ ਨਾ ਤਾਂ ਉਹਨੂੰ ਟਸ ਤਮਸ ਨਹੀਂ ਹੋਣਾ ਚਾਹੀਦਾ। ਸਾਨੂੰ ਤੁਸੀਂ ਤੁਹਾਡਾ ਸੀ ਇੰਤਜ਼ਾਰ ਕੀਤਾ, ਵੇ ਲਵੇ ਇੰਤਜ਼ਾਰ ਕੀਤਾ ਬਸ। ਤੇ ਘਰ ਵਾਲਿਆਂ ਨੂੰ ਮਤਲਬ ਕਿੰਨਾ ਕੁ ਟਾਈਮ ਲੱਭ ਜਾਂਦਾ ਮਹੀਨੇ ਵਿੱਚ ਆਖਰ ਫੈਮਿਲੀ ਨਾਲ? ਮੈਂ ਜਦੋਂ ਘਰ ਚਲਾ ਜਾਵਾਂ ਨਾ ਉਸ ਟਾਈਮ ਮੈਂ ਫਿਰ ਘਰਦਿਆਂ ਦਾ ਹੀ ਹੁੰਦਾ, ਮਤਲਬ ਘਰੋਂ ਬਾਹਰ ਮੈਂ ਕਦੇ ਵੀ ਨਹੀਂ ਗਿਆ। ਘਰ ਦੇ ਫੈਮਿਲੀ ਨੂੰ ਟਾਈਮ ਦੇਣਾ ਹੈ। ਬੇਸ਼ੱਕ ਮੈਂ ਹਫਤਾ ਰਵਾਂ, 2 ਹਫ਼ਤੇ ਰਵਾਂ, 4 ਦਿਨ ਰਵਾਂ, ਜਿੰਨਾ ਵੀ ਟਾਈਮ ਮੇਰਾ ਗੁਜ਼ਰੇਗਾ ਨਾ ਉਹ ਘਰਦਿਆਂ ਨਾਲ ਗੁਜ਼ਰਨਾ ਹੁੰਦਾ ਹੈ। ਮਤਲਬ ਬਾਹਰ ਕਦੀ ਜਾ ਕੇ ਆਵਾਰਗੀ ਨਹੀਂ ਕੀਤੀ। ਆਰਾ ਵਾਲਾ ਜੀ ਤੁਹਾਡੇ ਬੜੇ ਫਾਲੋਵਰ ਨੇ ਮਾਸ਼ਾਅੱਲਾ, ਅੱਲਾ ਤੁਹਾਨੂੰ ਹੋਰ ਇੱਜ਼ਤ ਦੇਵੇ। ਕਸੂਰ ਚ ਤੁਹਾਨੂੰ ਲੋਕ ਕਿੰਨਾ ਕੁ ਜਾਣਦੇ ਨੇ? ਕਸੂਰ ਅਗਰ ਦੇਖਿਆ ਜੇ ਜਿੱਥੇ ਸਾਡੇ ਰੇਡੀਓ ਦੀ ਆਵਾਜ਼ ਜਾਂਦੀ ਹੈ ਉੱਥੇ ਤਾਂ ਆਲਮੋਸਟ ਸਾਰੇ ਜਾਣਦੇ ਨੇ, ਲੇਕਿਨ ਜਿਹੜਾ ਮੇਰਾ ਹੋਮ ਟਾਊਨ ਹੈ ਨਾ ਉੱਥੇ ਸ਼ਾਇਦ ਹੀ ਹੁਣ ਕੋਈ ਮੈਨੂੰ ਜਾਣਦਾ ਹੋਵੇ। ਮਤਲਬ ਸਰਾਊਂਡਿੰਗ ਦੇ ਜਿਹੜੇ ਲੋਕ ਨੇ ਨਾ ਉਹ ਮੈਨੂੰ ਘੱਟ ਜਾਣਦੇ ਨੇ, ਕਿਉਂਕਿ ਮੇਰਾ ਜ਼ਿਆਦਾ ਟਾਈਮ ਕਸੂਰ ਸ਼ਹਿਰ ਦੇ ਵਿੱਚ ਗੁਜ਼ਰਿਆ, ਉਸ ਤੋਂ ਬਾਅਦ ਤੇ ਲਾਹੌਰ ਗੁਜ਼ਰਿਆ, ਔਰ ਲਾਹੌਰ ਤੋਂ ਬਾਅਦ ਤੇ ਫਿਰ ਇੱਥੇ ਆਰਾ ਦੇ ਵਿੱਚ ਗੁਜ਼ਰਿਆ। ਇੱਥੇ ਲੋਕ ਜ਼ਿਆਦਾ ਜਾਣਦੇ। FM ਦੇ ਕਿੰਨੇ ਸਟੇਸ਼ਨ ਜਿਨ੍ਹਾਂ ਨੂੰ ਤੁਸੀਂ ਵਿਜ਼ਿਟ ਕਰਦੇ ਹੋ ਮਹੀਨੇ ਦੇ ਅੰਦਰ? ਸਾਡੇ ਬੇਸਿਕਲੀ 3 ਸਟੇਸ਼ਨ ਨੇ। ਇੱਕ FM 99 ਕਸੂਰ ਦੇ ਵਿੱਚ ਹੈ, FM 90.6 ਸਾਡਾ ਪੱਤੋਕੀ ਦੇ ਵਿੱਚ ਹੈ, ਔਰ FM 100 ਸਾਡਾ ਆਰਫ ਦੇ ਵਿੱਚ ਹੈ। ਮੈਂ ਫਿਲਹਾਲ 2 FM ਵਿਜ਼ਿਟ ਕਰ ਰਿਹਾ, ਮਿਕਸ FM 90.6 ਪੱਤੋਕੀ ਤੇ FM 100 ਆਰਫ ਵਾਲਾ, ਇਹ ਦੋ ਮੇਰੇ ਅੰਡਰ ਨੇ। ਤੁਹਾਡੇ ਕੰਪੀਟੀਟਰ ਮੇਰੇ ਖਿਆਲ ਤੁਹਾਡੇ ਇਲਾਕਿਆਂ 'ਚ ਤੇ ਕੋਈ ਹੋਣਗੇ? ਸਾਡਾ ਕੰਪੀਟੀਟਰ ਆਰਐਫ ਵਾਲਾ ਦੇ ਵਿੱਚ ਵੀ ਨਹੀਂ ਹੈ, ਪੱਤੋਕੀ ਦੇ ਵਿੱਚ ਵੀ ਨਹੀਂ ਹੈ, ਕਸੂਰ ਦੇ ਵਿੱਚ ਹੈ, ਲੇਕਿਨ ਅਸੀਂ ਉਹਨੂੰ ਸਮਝਦੇ ਨਹੀਂ। ਕੈਪੀਟਲ ਸਿਟੀ ਹੈ, ਹੋ ਵੀ ਸਕਦਾ, ਲੇਕਿਨ ਅਸੀਂ ਕੰਪੀਟੀਟਰ ਸਮਝਦੇ ਨਹੀਂ। ਸਾਡਾ ਕੰਪੀਟੀਟਰ ਕੋਈ ਨਹੀਂ, ਸਾਡਾ ਆਪਣੀ ਜ਼ਾਤ ਦੇ ਨਾਲ ਹੀ ਮੁਕਾਬਲਾ ਹੈ ਜੀ। ਤੇ ਇਸ ਜਦੀਦ ਦੌਰ ਦੇ ਵਿੱਚ FM ਨਾਲ ਮੁਨਸਲਕ ਰਹਿ ਕੇ ਕਿਹਦਾ ਲੱਗ ਰਿਹਾ? ਦੇਖੋ ਬਹੁਤ ਸਾਰੇ ਲੋਕ ਨਾ ਇਹ ਸਮਝਦੇ ਨੇ, ਅਸੀਂ ਜਦੋਂ ਬਾਹਰ ਮਾਰਕੀਟ ਜਾਂਦੇ ਹਾਂ ਨਾ ਸਾਨੂੰ ਲੋਕ ਕਹਿੰਦੇ ਨੇ ਹੁਣ ਕੌਣ ਸੁਣਦਾ FM ਰੇਡੀਓ। Mohandas Gandhi meets with Muhammad Ali Jinnah. ਇੱਧਰ ਮਾਰਾ Hindus and the Muslims together. ਘਰੋਂ ਇਹਨੂੰ ਰੇਡੀਓ ਕਹਿੰਦੇ ਆ ਕਮਲੀਏ। ਇਹ ਚ ਗਾਣੇ ਚੱਲਦੇ ਆ, ਇਹ ਚ ਲੋਕੀ ਗੱਲਾਂ ਕਰਦੇ ਆ, ਬੰਦਾ ਵੀ ਕੋਈ ਨਹੀਂ ਬੈਠਾ ਵੇਖਾਂ ਵਿੱਚ। ਉਹ ਗੋਰਿਆਂ ਦੀਆਂ ਕਾਢਾਂ, ਵੱਡੀਆਂ ਗੱਲਾਂ, ਬੜੀਆਂ ਤਰੱਕੀਆਂ ਹੁੰਦੀਆਂ ਪਈਆਂ ਦੁਨੀਆ ਤੇ। ਕਾਫੀ ਸਾਰੇ ਲੋਕ ਸਵਾਲ ਕਰਦੇ ਨੇ ਤੇ ਮੈਂ ਉੱਥੇ ਸਿਰਫ ਉਹਨਾਂ ਨੂੰ ਇਹ ਗੱਲ ਕਰਨਾ ਕਿ ਸਾਡੀ ਉਮਰ ਦੇ ਨਾਲ ਨਾਲ ਸਾਡੇ ਜਿਹੜੇ ਖਵਾਹਿਸ਼ਾਤ ਨੇ ਉਹ ਚੇਂਜ ਹੁੰਦੀਆਂ ਰਹਿੰਦੀਆਂ ਨੇ, ਸਾਡੀ ਐਕਟੀਵਿਟੀਜ਼ ਚੇਂਜ ਹੁੰਦੀਆਂ ਰਹਿੰਦੀਆਂ ਨੇ। ਯਾਨੀ ਕਿ ਜਦੋਂ ਅਸੀਂ ਸਕੂਲ ਲਾਈਫ ਦੇ ਵਿੱਚ ਹੁੰਦੇ ਆ ਉਸ ਟਾਈਮ ਸਾਡੀ ਖਵਾਹਿਸ਼ਾਤ ਉਹ ਖੇਲਣਾ ਹੁੰਦਾ ਹੈ, ਮਤਲਬ ਅਸੀਂ ਮੁਕਸਰ ਜਾਂ ਲਿਮਿਟਡ ਹੁੰਦੀਆਂ ਨੇ। ਗੁੱਲੀ ਡੰਡਾ ਖੇਲਣਾ, ਛੋਟੀਆਂ ਮੋਟੀਆਂ ਗੇਮਾਂ ਜਿਹੜੀਆਂ ਬੈਂਟੇ ਸ਼ੈਂਟੇ ਉਹ ਅਸੀਂ ਖੇਲ ਲੈਂਦੇ ਆ। ਜਦੋਂ ਅਸੀਂ ਕਾਲਜ ਦੇ ਵਿੱਚ ਆ ਜਾਂਦੇ ਆ ਉੱਥੇ ਆ ਕੇ ਸਾਡੀ ਐਕਟੀਵਿਟੀਜ਼ ਚੇਂਜ ਹੋ ਜਾਂਦੀਆਂ ਨੇ, ਉੱਥੇ ਦੋਸਤ ਵੀ ਚੇਂਜ, ਖਵਾਹਿਸ਼ਾਤ ਚੇਂਜ ਹੁੰਦੀ ਹੈ, ਦੋਸਤ ਚੇਂਜ, ਲਾਈਫ ਸਟਾਈਲ ਚੇਂਜ ਹੋ ਜਾਂਦਾ ਹੈ। ਫਿਰ ਅਸੀਂ ਚਲੇ ਜਾਂਦੇ ਯੂਨੀਵਰਸਿਟੀ, ਉੱਥੇ ਜਾ ਕੇ ਅਸੀਂ ਚੇਂਜ ਹੋ ਜਾਂਦੇ ਆ। ਫਿਰ ਜਦੋਂ ਸਾਡੀ ਸ਼ਾਦੀ ਹੋ ਜਾਂਦੀ ਹੈ ਉਸ ਟਾਈਮ ਤੇ ਅਸੀਂ ਟੋਟਲੀ ਚੇਂਜ ਹੋ ਜਾਂਦੇ ਆ। ਫਿਰ ਬੰਦਾ ਬੇਗਮ ਦਾ ਹੋ ਕੇ ਰਹਿ ਜਾਂਦਾ, ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ, ਨਵੀਂ ਜ਼ਿੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਕੁਝ ਲੋਕ ਹੁੰਦੇ ਨੇ ਇੱਕ ਆਦੀ ਬਣ ਜਾਂਦੇ ਨੇ ਕਿਸੇ ਵੀ ਚੀਜ਼ ਦੇ। ਜਿਹੜਾ ਬੰਦਾ ਆਦੀ ਬਣ ਜਾਂਦਾ ਹੈ ਨਾ ਉਹ ਉਸ ਚੀਜ਼ ਨੂੰ ਨਹੀਂ ਛੱਡ ਸਕਦਾ। ਹੁਣ ਜਿਹੜੇ FM ਰੇਡੀਓ ਦੇ ਬਚਪਨ ਤੋਂ ਲੈ ਕੇ ਆਦੀ ਬਣ ਚੁੱਕੇ ਨੇ ਨਾ ਉਹ ਨਹੀਂ ਛੱਡਦੇ, ਭਾਵੇਂ ਉਹ ਬੁੱਢੇ ਵੀ ਹੋ ਜਾਣ। ਮੈਂ ਕਾਫੀ ਦਫਾ ਨੋਟ ਕੀਤਾ ਜਦੋਂ ਪ੍ਰੋਗਰਾਮ ਅਸੀਂ ਕਰਨੇ ਤੇ ਮੈਨੂੰ ਅਲਹਮਦੁਲਿਲਾ 5 ਸਾਲ ਦੇ ਬੱਚੇ ਜਿਹੜੇ ਨੇ ਨਾ ਉਹ ਵੀ ਸਾਨੂੰ ਫੋਨ ਕਰਦੇ ਨੇ ਫੈਮਿਲੀ ਦੇ, ਔਰ ਉਸ ਤੋਂ ਬਾਅਦ ਤੇ 80 ਸਾਲ ਦੇ, 70 ਸਾਲ ਦੇ, 90 ਸਾਲ ਦੇ ਬਾਬੇ ਨੇ, ਮਾਈਆਂ ਨੇ, ਉਹ ਸਾਨੂੰ ਫੋਨ ਕਰਦੀਆਂ। ਸਾਡਾ ਵਿਰਸਾ। ਔਰ ਮੈਂ ਨਾ ਬਲਕਿ ਅੱਜ ਤੁਸੀਂ ਵੀਡੀਓ ਬਣਾ ਰਹੇ ਹੋ, ਸਾਡਾ ਇੱਕ ਵੀਡੀਓ ਪ੍ਰੋਗਰਾਮ ਜਾਰੀ ਹੋ ਰਿਹਾ ਤੇ ਇਹਦੇ ਨਾਲ ਕਈਆਂ ਲੋਕਾਂ ਦੇ ਦਿਲ ਦੇ ਵਿੱਚ ਜੋ ਸਾਡੀ ਉਮਰ ਨੂੰ ਲੈ ਕੇ ਚੀਜ਼ਾਂ ਸੀ ਨਾ ਉਹ ਕਲੀਅਰ ਹੋ ਜਾਣਗੀਆਂ। ਬਹੁਤ ਸਾਰੇ ਲੋਕ ਮੈਨੂੰ ਸਮਝਦੇ ਸੀ ਸ਼ਾਇਦ ਇਹ ਵੀ ਕੋਈ ਨਾ 50-60 ਸਾਲ ਦਾ ਬਾਬਾ ਹੈ, ਕਿਉਂਕਿ ਉਹ ਇੱਕ ਤੇ ਆਵਾਜ਼ ਕੁਛ ਇਸ ਤਰ੍ਹਾਂ ਦੀ ਸਾਨੂੰ ਇੱਥੇ ਲੈ ਆਈ ਹੈ। ਇੱਕ ਤੇ ਆਵਾਜ਼ ਇਸ ਤਰ੍ਹਾਂ ਦੀ ਤੇ ਦੂਸਰਾ ਜਿਹੜਾ ਨਾ ਮੇਰਾ ਜ਼ਿਆਦਾਤਰ ਜਿਹੜਾ ਟਾਈਮ ਗੁਜ਼ਰਦਾ ਹੈ ਨਾ ਉਹ ਬਜ਼ੁਰਗਾਂ ਦੇ ਕੋਲ ਗੁਜ਼ਰਦਾ ਹੈ। ਜੋ ਚੀਜ਼ਾਂ ਅਸੀਂ ਬਜ਼ੁਰਗਾਂ ਕੋਲੋਂ ਸਿੱਖਣੇ ਆ ਨਾ ਉਹ ਸਾਨੂੰ ਕਿਤਾਬਾਂ ਵੀ ਨਹੀਂ ਸਿਖਾਉਂਦੀਆਂ ਤੇ ਉਹ ਸਾਨੂੰ ਗੂਗਲ ਵੀ ਨਹੀਂ ਸਿਖਾਉਂਦਾ। ਤੇ ਇਸ ਲਈ ਬਜ਼ੁਰਗਾਂ ਕੋਲੋਂ ਚੀਜ਼ਾਂ ਸਿੱਖੀ ਦੀਆਂ ਨੇ। ਉਹ ਫਿਰ ਮੈਂ ਉਹਨਾਂ ਚੀਜ਼ਾਂ ਨੂੰ ਜਦੋਂ FM ਤੇ ਰਿਪੀਟ ਕਰਨਾ ਬੋਲਦੇ ਆ ਪ੍ਰੋਗਰਾਮ ਦੇ ਵਿੱਚ ਤੇ ਲੋਕ ਕਹਿੰਦੇ ਨੇ ਯਾਰ ਇਹ ਕੋਈ ਵਾਹਵਾ ਪੁਰਾਣੀ ਸ਼ੈ ਆ, ਸਿਆਣਾ ਬਾਬਾ ਹੈ, ਸਿਆਣਾ ਬਾਬਾ ਹੈ। ਤੇ ਆਵਾਜ਼ ਵੀ ਇਸ ਤਰ੍ਹਾਂ ਹੈ, ਭਾਰੀ ਆਵਾਜ਼ ਹੈ ਤੇ ਉਹ ਇੰਜ ਲੱਗਦਾ ਕਿ ਜਿਵੇਂ ਬਹੁਤ ਜ਼ਿਆਦਾ ਉਮਰ ਹੈ। ਹੁਣ ਤੇ ਵੈਸੇ ਹੀ ਸਤਿਆਨਾਸ਼ ਹੋ ਗਿਆ, ਮਤਲਬ ਹਾਲਾਤ ਜੋ ਹਰ ਵਾਲੇ ਆ ਕੇ ਤੇ
ਇਸ ਤੋਂ ਪਹਿਲੇ ਜਿਹੜਾ ਨਾ ਮਤਲਬ ਲੋਕ ਸਮਝਦੇ ਨਹੀਂ ਸੀ ਕਿ ਮੇਰੀ ਉਮਰ ਮਤਲਬ 24 ਸਾਲ ਹੈ 25 ਸਾਲ ਹੈ, ਲੋਕਾਂ ਨੂੰ ਇਹ ਲੱਗਦਾ ਸੀ ਕਿ 18 19 ਸਾਲ ਦਾ, ਲੇਕਿਨ ਮਤਲਬ ਔਰਤਾਂ ਵਾਲਾ ਹਿਸਾਬ, ਜਿਵੇਂ ਔਰਤਾਂ 17 ਸਾਲ ਤੋਂ ਉੱਤੇ ਨਹੀਂ ਜਾਂਦੀਆਂ, ਲੇਕਿਨ ਅਸੀਂ ਫਿਰ ਵੀ ਉੱਥੇ ਰਹਿੰਦੀਆਂ। ਹਾਂਜੀ, ਬੰਦਾ ਜਿਹੜਾ ਉਹ ਆਪਦੀ ਸੈਲਰੀ ਤੇ ਬੁੜੀ ਆਪਦੀ ਉਮਰ ਜਿਹੜਾ ਨਾ ਉਹ ਕਿਤੇ ਵੀ ਨਹੀਂ ਕਦੇ, ਲੇਕਿਨ ਦੱਸਣੀ ਪੈ ਜਾਂਦੀ ਕਿਸੇ ਕਿਸੇ ਜਗ੍ਹਾ ਤੇ। ਤੁਸੀਂ FM ਚਲਾ ਰਹੇ ਹੋ ਮਾਸ਼ਾਅੱਲਾ, ਇੱਕ ਵਸੀਓ ਅਰੀਜ਼ ਤਜਰਬਾ ਹੈ। ਸਭ ਤੋਂ ਜ਼ਿਆਦਾ ਸਵਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ FM ਤੇ ਕਿਹੜਾ ਪੁੱਛਿਆ ਗਿਆ? ਸਾਨੂੰ ਸਭ ਤੋਂ ਜ਼ਿਆਦਾ ਸਵਾਲ ਜਿਹੜਾ ਉਹ ਪਰਸਨਲ ਲੋਕ ਸਵਾਲ ਜ਼ਿਆਦਾ ਕਰਦੇ ਨੇ ਕਿ ਅਲੀ ਭਾਈ ਤੁਸੀਂ ਸ਼ਾਦੀशुदा ਹੋ। ਮੈਂ ਅੱਗੋਂ ਇਹ ਕਹਿੰਦਾ ਭਾਈ ਤੂੰ ਕਿਹੜਾ ਵਾਜਾ ਲੈ ਕੇ ਆਣਾ ਸਾਡੇ ਸ਼ਹਿਰ ਤੇ ਜਾਂ ਕੋਈ ਵੀ ਮਤਲਬ ਇਸ ਤਰ੍ਹਾਂ ਦੇ ਤੁਸੀਂ ਕਿੱਥੋਂ ਦੇ ਰਹਿਸ਼ੀ ਹੋ, ਤੁਹਾਨੂੰ ਕੋਈ ਪਿਆਰ ਕਰਦਾ ਜਾਂ ਨਹੀਂ ਕਰਦਾ। ਉਹ ਮੈਂ ਕਹਿੰਦਾ ਨਹੀਂ ਛੱਡੋ ਪਰ ਸਾਨੂੰ ਕਿੰਨੇ ਪਿਆਰ ਕਰਨਾ, ਅਸੀਂ ਤਾਂ ਖੁਦ ਲੋਕਾਂ ਨੂੰ ਪਿਆਰ ਕਰਦੇ ਹਾਂ। ਸਹੀ। ਤੇ ਤੁਹਾਨੂੰ ਲੋਕ ਸੁਣਦੇ ਨੇ FM ਰੇਡੀਓ ਦੇ ਉੱਤੇ, ਔਰ ਤੁਹਾਨੂੰ ਕੋਈ ਪਰਸਨਲ ਵੀ ਮਤਲਬ ਮੈਸੇਜ ਆਉਂਦੇ ਨੇ ਕਿ ਸਾਨੂੰ ਮਿਲੋ ਜਾਂ ਤੁਹਾਨੂੰ ਦੇਖਣਾ ਚਾਹੁੰਦੇ, ਜਿਵੇਂ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਲੋਕਾਂ ਨੂੰ ਦਿਖਾਇਆ ਜਾਏ ਕਿ ਅੱਜ ਅਲੀ ਸੁਣਿਆ ਸਾਰਿਆਂ ਨੇ, ਵੇਖਿਆ ਕਿਸੇ ਨੇ ਨਹੀਂ, ਬਿਲਕੁਲ ਅੱਜ ਅਸੀਂ ਵਿਖਾਈਏ। ਲੋਕ ਮਿਲਣਾ ਸਾਨੂੰ ਚਾਹੁੰਦੇ ਨੇ, ਸਾਨੂੰ ਪਰਸਨਲ ਮੈਸੇਜ ਵੀ ਕਰਦੇ ਨੇ, ਸਾਨੂੰ ਜਦੋਂ ਅਸੀਂ ਪ੍ਰੋਗਰਾਮ ਕਰਨੇ ਆ ਪ੍ਰੋਗਰਾਮ ਦੇ ਵਿੱਚ ਲਾਈਵ ਵੀ ਸਾਨੂੰ ਕਹਿੰਦੇ ਨੇ। ਲੇਕਿਨ ਚੀਜ਼ ਮੈਂ ਇੱਕ ਨਾ ਹਮੇਸ਼ਾ ਤੋਂ ਕਹਿੰਦਾ ਹੁੰਦਾ, ਇਹ ਹਰ ਜਗ੍ਹਾ ਤੇ ਚੀਜ਼ ਤੁਸੀਂ ਇਹਨੂੰ ਫਿੱਟ ਕਰ ਸਕਦੇ ਜੇ ਕਿ ਕੋਈ ਵੀ ਚੀਜ਼ ਹੈ ਨਾ, ਜਦੋਂ ਤੁਸੀਂ ਹਾਸਲ ਕਰ ਲੈਂਦੇ ਹੋ ਨਾ ਉਹਨੂੰ, ਜਦੋਂ ਉਹਨੂੰ ਦੇਖ ਲੈਂਦੇ ਹੋ, ਜਦੋਂ ਤੁਹਾਡੇ ਕੋਲ ਮੁਯੱਸਰ ਸਾਨੂੰ ਹੋ ਜਾਂਦੀ ਹੈ ਨਾ, ਉਸ ਟਾਈਮ ਤੁਹਾਨੂੰ ਉਹਦੀ ਨਾ ਤਲਬ ਘਟ ਜਾਂਦੀ ਹੈ, ਕਦਰ ਘਟ ਜਾਂਦੀ ਹੈ, ਉਹਦੀ ਕਦਰ ਨਹੀਂ ਰਹਿੰਦੀ। ਤੇ ਅਸੀਂ ਆਪਦੀ ਕਦਰ ਬਣਾ ਕੇ ਰੱਖੀ ਦੀ, ਇਸ ਲਈ ਅਸੀਂ ਮਿਲਦੇ ਹੀ ਨਹੀਂ, ਸਾਹਮਣੇ ਨਹੀਂ ਆਉਂਦੇ, ਸਾਹਮਣੇ ਨਹੀਂ ਆਉਂਦੇ। ਅੱਜ ਅਸੀਂ ਤੁਹਾਡੀ ਫਿਰ ਕਦਰ ਘਟਾ ਰਹੇ ਹਾਂ। ਇਹ ਅੱਲਾ ਦੀ ਜ਼ਾਤ ਹੁਣ ਫੈਸਲਾ ਕਰੇ ਕਿ ਤੁਸੀਂ ਕਦਰ ਵੱਧਦੀ ਜਾਂ ਘਟਦੀ। ਬਸ ਤੁਹਾਡਾ ਪਿਆਰ ਹੈ, ਤੁਸੀਂ ਸਾਡੇ ਕੋਲ ਆ ਗਏ ਹੋ। ਮੈਂ ਮਤਲਬ ਇੱਕ ਮਿਲਣ ਦੀ ਗੱਲ ਕੀਤੀ। ਹਾਂਜੀ, ਮੈਂ ਸਮਝ ਰਿਹਾ। ਲੇਕਿਨ ਕੁਝ ਲੋਕ ਐਸੇ ਵੀ ਹੈ ਨੇ ਕਿ ਜਿਹੜੇ ਮਿਲਣ ਤੋਂ ਬਾਅਦ ਜ਼ਿਆਦਾ ਕਦਰ ਕਰਦੇ ਨੇ। ਇਹ ਹਰ ਬੰਦੇ ਦਾ ਇੱਕ ਆਪਣਾ ਹੈ, ਲੇਕਿਨ ਅਸੀਂ ਜ਼ਿਆਦਾ ਉਸ ਚੀਜ਼ ਨੂੰ ਲੈਂਦੇ ਹਾਂ ਜਿਹੜੀ ਆਮ ਹੈ। ਆਮ ਇਹੀ ਹੁੰਦੀ ਹੈ ਕਿ ਲੋਕ ਮਿਲਣ ਤੋਂ ਬਾਅਦ ਫਿਰ ਉਹ ਤੁਹਾਡੇ ਬਾਰੇ ਜੋ ਇੱਕ ਦਿਲਚਸਪੀ ਹੁੰਦੀ ਨਾ ਉਹ ਘਟ ਜਾਂਦੀ। ਤੁਸੀਂ FM 100 ਆਰ ਵਾਲੇ ਉੱਤੇ ਕਿੰਨੇ ਪ੍ਰੋਗਰਾਮ ਖੁਦ ਚਲਾ ਰਹੇ ਹੋ, ਮਤਲਬ ਜਿੱਥੇ ਤੁਹਾਡੀ ਵਾਇਸ ਜਾ ਰਹੀ ਹੈ? ਮੈਂ ਇੱਕ ਤੇ ਪ੍ਰੋਗਰਾਮ ਮੇਰਾ ਸੋਮਵਾਰ ਨੂੰ ਹੁੰਦਾ ਬੈਠਕ ਦੇ ਨਾਮ ਤੇ, ਉਹ ਕਰ ਰਿਹਾ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ। ਉਸ ਤੋਂ ਬਾਅਦ ਤੇ ਜਿਹੜਾ ਬਹੁਤ ਜ਼ਿਆਦਾ ਪ੍ਰੋਗਰਾਮ ਪੁਰਾਣਾ ਚੱਲਦਾ ਪਿਆ 2015 ਤੋਂ ਲੈ ਕੇ ਹੁਣ ਤੱਕ, ਉਹ ਕਾਮਨ ਸੈਂਸ ਹੈ। ਉਹ ਮੰਗਲ ਵਾਲੇ ਦਿਨ ਹੁੰਦਾ ਹੈ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ। ਔਰ ਉਸ ਤੋਂ ਬਾਅਦ ਤੇ ਫਿਰ ਜੁਮੇਰਾਤ ਵਾਲੇ ਦਿਨ ਪ੍ਰੋਗਰਾਮ ਹੁੰਦਾ ਸੋਹਣਾ ਪੰਜਾਬ ਦੇ ਨਾਮ ਤੇ, ਉਹ ਵੀ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਹੁੰਦਾ ਹੈ। ਜ਼ਿਆਦਾ ਲੋਕ ਤੁਹਾਡਾ ਕਿਹੜਾ ਪ੍ਰੋਗਰਾਮ ਜਿਹੜਾ ਤੁਹਾਨੂੰ ਲੱਗ ਰਿਹਾ ਵੀ ਜ਼ਿਆਦਾ ਫੋਲੋਵਰ ਇਹਦੇ ਤੇ ਆ ਰਹੇ ਨੇ? ਜ਼ਿਆਦਾਤਰ ਲੋਕ ਜਿਹੜਾ ਪ੍ਰੋਗਰਾਮ ਪਸੰਦ ਕਰਦੇ ਨੇ ਉਹ ਕਾਮਨ ਸੈਂਸ ਦਾ ਪ੍ਰੋਗਰਾਮ ਜਿਹੜਾ ਨਾ ਪਸੰਦ ਕਰਦੇ ਨੇ, ਕਿਉਂਕਿ ਉਹਦੇ ਵਿੱਚ ਇੰਟਰਟੇਨਮੈਂਟ ਬਹੁਤ ਜ਼ਿਆਦਾ ਹੁੰਦੀ ਹੈ, ਕਾਮੇਡੀ ਬਹੁਤ ਜ਼ਿਆਦਾ ਹੁੰਦੀ ਹੈ, ਲੋਕਾਂ ਨੂੰ ਮਤਲਬ ਇੰਟਰਟੇਨ ਬਹੁਤ ਜ਼ਿਆਦਾ ਕਰਵਾਇਆ ਜਾਂਦਾ ਹੈ, ਫਿਰ ਉਹ ਦਿਲਚਸਪ ਸਵਾਲਾਤ ਹੁੰਦੇ ਨੇ। ਬਿਲਕੁਲ। ਤੇ ਤੁਹਾਡੇ ਨਾਲ ਆਨਲਾਈਨ ਵੀ ਕੋਈ ਕਾਲਾਂ ਸ਼ਾਲਾਂ ਆਉਂਦੀਆਂ FM ਤੇ? ਹਾਂ, ਸਾਨੂੰ ਆਉਂਦੀਆਂ ਨੇ ਕਾਲਾਂ। ਸਾਡਾ ਅਸੀਂ ਲਾਈਵ ਜਿਹੜਾ ਨਾ ਨੰਬਰ ਦੇਈਦਾ ਹੁੰਦਾ ਉਹਦੇ ਤੇ ਲੋਕ ਕਾਲ ਕਰਦੇ ਨੇ। ਹਾਂਜੀ, ਕਾਲ ਕਰਦੇ ਨੇ, ਬਹੁਤ ਜ਼ਿਆਦਾ ਕਾਲ ਸਾਨੂੰ ਆਉਂਦੀਆਂ ਨੇ। ਬੁੱਲੇ ਸ਼ਾਹ ਦੀ ਜ਼ਮੀਨ ਤੋਂ ਟੁਰੇ ਹੋ, ਧਰਤੀ ਤੋਂ ਆਰਫ ਵਾਲੇ ਆ ਗਏ ਹੋ, ਰਾਜ ਬਾਬਾ ਜੀ ਨੂੰ ਛੱਡਿਆ ਆਇਓ, ਬਾਬਾ ਫਰੀਦ। ਇਹ ਅਸੀਂ ਉਹਨਾਂ ਨੂੰ ਦੂਰ ਨਹੀਂ ਸਮਝਦੇ। ਵੇਖੋ ਜੀ, ਜੇ ਤੇ ਤਹਿਸੀਲ ਆਰਫ ਵਾਲਾ ਪਾਕਪਤਨ ਜ਼ਿਲ੍ਹੇ ਦੇ ਵਿੱਚ ਆ ਜੀ ਤੇ ਫਿਰ ਅਸੀਂ ਉਹਨਾਂ ਦੇ ਕੋਲ ਹੀ ਆ। ਤੇ ਅਸੀਂ ਬੜਾ ਅੱਛਾ ਸਮਝਦੇ ਹਾਂ ਕਿ ਸਾਡੇ ਵਾਸਤੇ ਖੁਸ਼ਕਿਸਮਤੀ ਦੀ ਗੱਲ ਹੈ ਕਿ ਅਸੀਂ ਇੱਕ ਬਜ਼ੁਰਗ ਹਸਤੀ ਦੇ ਉੱਥੋਂ ਨਗਰੀ ਦੇ ਵਿੱਚੋਂ ਨਿਕਲੇ ਤੇ ਦੂਸਰੀ ਦੇ ਵਿੱਚ ਆ ਗਏ। ਸੂਫੀ ਨੇ, ਔਰ ਸੂਫੀਆਂ ਦੇ ਨਾਲ ਸਾਨੂੰ ਪਿਆਰ ਹੈ। ਔਰ ਸੂਫੀਆਂ ਨੇ, ਤੁਹਾਨੂੰ ਪਤਾ ਹੈ ਸੂਫੀਆਂ ਦਾ ਬਹੁਤ ਕਿਰਦਾਰ ਹੈ ਪਾਕਿਸਤਾਨ ਦੇ ਵਿੱਚ, ਇਸਲਾਮ ਦੇ ਵਿੱਚ। ਉਹਨਾਂ ਜਿਵੇਂ ਉਜਾਗਰ ਕੀਤਾ ਗਿਆ ਤੇ ਅਸੀਂ ਉਹਨਾਂ ਤੋਂ ਦੂਰ ਨਹੀਂ ਜਾ ਸਕਦੇ। ਤੇ ਤੁਸੀਂ ਮਾਸ਼ਾਅੱਲਾ ਬੜੀ ਦੇਰ ਤੋਂ ਵਬਸਤਾ ਹੋ FM ਦੇ ਨਾਲ, ਤੇ ਤੁਹਾਡੀ ਲਾਈਫ ਵੀ FM ਹੀ ਬਣ ਚੁੱਕੀ ਹੋਏਗੀ ਤਕਰੀਬਨ। ਹਾਂਜੀ, ਲੋਕ ਸਾਨੂੰ FM ਹੀ ਕਹਿੰਦੇ ਨੇ। FM ਹੀ ਕਹਿੰਦੇ। ਤੇ ਕਿਹਦਾ ਇੰਜੋਏ ਕਰ ਰਹੇ ਹੋ? ਬਾਕੀ ਜਦੋਂ ਮੁਆਸ਼ਰੇ ਨੂੰ ਵੇਖਦੇ ਹੋ ਤੁਸੀਂ, ਮਤਲਬ ਇੱਕ ਬੰਦ ਕਮਰੇ 'ਚ ਬਹਿ ਕੇ ਆਵਾਮ ਨੂੰ ਇੰਟਰਟੇਨ ਕਰਵਾ ਰਹੇ ਹੋ, ਖਬਰਾਂ ਦੱਸ ਰਹੇ ਹੋ। ਦੇਖੋ, ਮੈਂ ਨਾ ਇਸ ਟਾਈਮ ਸਭ ਤੋਂ ਜ਼ਿਆਦਾ ਸ਼ੁਕਰੀਆ ਅਦਾ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਨਾ, ਜਿੰਨੇ ਮੇਰੇ ਸੁਣਨ ਵਾਲੇ ਨੇ, ਮੈਂ ਉਹਨਾਂ ਦਾ ਬੇਹੱਦ ਮਸ਼ਕੂਰ ਹਾਂ ਔਰ ਮੈਨੂੰ ਉਹਨਾਂ ਦੇ ਫਖਰ ਮਹਿਸੂਸ ਹੁੰਦਾ। ਉਹਦੀ ਵਜ੍ਹਾ ਇਹ ਆ ਕਿ ਇੱਕ ਚੀਜ਼ ਹੁੰਦੀ ਕਿ ਤੁਸੀਂ ਇੱਕ ਬੰਦੇ ਨੂੰ ਸਾਹਮਣੇ ਵੇਖਦੇ ਜੇ, ਮਤਲਬ ਆਪਾਂ ਕੋਲ ਬੈਠ ਕੇ ਗੱਲਬਾਤ ਕਰ ਰਹੇ ਹਾਂ ਇਹਦੇ ਵਿੱਚ, ਔਰ ਇੱਕ ਸਿਰਫ ਆਡੀਓ ਜਿਹੜੀ ਹੈ ਉਹਨੂੰ ਲੈ ਕੇ ਲੋਕ ਸਾਨੂੰ ਪਸੰਦ ਕਰਦੇ ਨੇ। ਸਾਨੂੰ ਉਹਨਾਂ ਦੇਖਿਆ ਨਹੀਂ ਦਾ, ਸਿਰਫ ਸਾਡੀ ਇੱਕ ਆਵਾਜ਼ ਨੂੰ ਲੈ ਕੇ ਸਾਨੂੰ ਪਸੰਦ ਕਰਦੇ ਨੇ ਨਾ। ਤੇ ਮੈਂ ਇਹ ਸਮਝਣਾ ਕਿ ਸਾਰੀਆਂ ਮੁਹੱਬਤਾਂ ਦੇ ਅੱਗੇ ਇਹ ਮੁਹੱਬਤ ਜਿਹੜੀ ਨਾ ਬਹੁਤ ਅੱਲਾ ਹੈ, ਉਹ ਸਾਰੀਆਂ ਖਤਮ ਹੋ ਜਾਂਦੀਆਂ। ਅੰਨਾ ਪਿਆਰ ਕਹਿ ਸਕਦੇ ਇਹਨੂੰ, ਅਸਲ ਅੰਨਾ ਪਿਆਰ ਇਹੀ ਹੈ, ਇਹ ਅੰਨਾ ਪਿਆਰ ਹੈ, ਕਿਉਂਕਿ ਲੋਕ ਸਾਨੂੰ ਦੇਖਣ ਤੋਂ ਬਗੈਰ ਸਾਨੂੰ ਪਸੰਦ ਕਰਦੇ ਨੇ। ਹੁਣ ਮਤਲਬ ਪਹਿਲੇ ਅੱਜ ਇੰਟਰਵਿਊ ਤੁਸੀਂ ਜਾਰੀ ਕਰ ਹੀ ਦੇਣਾ ਖੈਰ ਨਾਲ, ਤੇ ਉਹ ਇਸ ਤੋਂ ਪਹਿਲੇ ਲੋਕਾਂ ਨੇ ਸਾਡੇ ਬਾਰੇ ਜੋ ਇਮੇਜ ਬਣਾਇਆ ਹੋਣਾ ਬਈ ਅਲੀ ਬੜਾ ਖੂਬਸੂਰਤ ਹੋਏਗਾ, ਅਲੀ ਫਲਾ ਹੋਏਗਾ, ਅਲੀ ਫਲਾ ਹੋਏਗਾ, ਤੇ
ਆ ਵੀਡੀਓ ਦੇਖਣ ਤੋਂ ਬਾਅਦ ਤੇ ਕਹਿਣਾ ਵੀ ਆਹ ਚੀਜ਼ ਸੀ ਜਿਹਨੂੰ ਅਸੀਂ ਪਿਆਰ ਕਰਦੇ ਸੀ। ਲੋਕ ਇਨਸ਼ਾਅੱਲਾ ਤੁਹਾਨੂੰ ਹੁਣ ਵੀ ਪਸੰਦ ਕਰ ਰਹੇ ਨੇ, ਇਸ ਤੋਂ ਬਾਅਦ ਵੀ ਕਰਨਗੇ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਦਿਖਾ ਦਈਏ ਕਿ ਆਹ ਜਿਹੜੀ ਭਾਈ ਹੈ ਤੁਹਾਡੀ ਮੁਹੱਬਤ ਹੈ ਔਰ ਲੋਕਾਂ ਦਾ ਪਿਆਰ ਹੈ, ਇਹਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਮੈਨੂੰ ਨਾ ਕਦੀ ਕਦੀ ਮੈਂ ਰੋਣ ਲੱਗ ਜਾਂਦਾ ਹੁੰਦਾ ਕਿ ਅੱਲਾਹ ਤਾਲਾ ਨੇ ਜਿੰਨੀ ਇੱਜ਼ਤ ਦਿੱਤੀ ਹੈ ਨਾ, ਸ਼ਾਇਦ ਮੈਂ ਇਸ ਕਾਬਿਲ ਨਹੀਂ ਸੀ। ਆਰਫ ਵਾਲੇ ਦੇ ਲੋਕਾਂ ਨੇ ਬਹੁਤ ਪਿਆਰ ਕੀਤਾ ਹੈ, ਬਹੁਤ ਪਿਆਰ ਦਿੱਤਾ ਹੈ। ਤੇ ਤੁਸੀਂ ਇਸ ਤੋਂ ਪਹਿਲਾਂ ਜਿਹੜਾ ਸਟੇਸ਼ਨ ਚਲਾ ਰਹੇ ਸੀ ਜਿੱਥੇ ਜ਼ਿਆਦਾ ਟਾਈਮ ਗੁਜ਼ਰਿਆ ਹੋਵੇ, ਉਹ ਕਿਹੜਾ ਹੈ? ਜ਼ਿਆਦਾ ਟਾਈਮ ਇੱਥੇ ਗੁਜ਼ਰਿਆ, ਇੱਥੇ ਗੁਜ਼ਰਿਆ? ਇੱਥੇ ਗੁਜ਼ਰਿਆ ਮਤਲਬ 2010 ਦੇ ਵਿੱਚ ਮੈਂ FM ਜੁਆਇਨ ਕੀਤਾ ਹੈ, 2 ਸਾਲ ਕਸੂਰ ਗੁਜ਼ਾਰੇ ਨੇ, 2 ਸਾਲ ਲਾਹੌਰ, ਤੇ ਉਸ ਤੋਂ ਬਾਅਦ ਤੇ ਫਿਰ ਆਰਫ ਵਾਲੇ ਜਾ ਕੇ ਇੱਥੇ ਪੱਕੇ ਹੋ ਗਏ। ਇੱਥੇ ਪੱਕੇ ਹੋ ਗਏ, ਬਸ ਇੰਨਾ ਜੋਗੇ ਹੀ ਹੋ ਕੇ ਰਹਿ ਗਏ। ਅੱਗੇ ਕੀ ਲੱਗਦਾ ਤੁਹਾਨੂੰ ਜ਼ਿਆਦਾ ਮਤਲਬ ਅੱਛਾ ਕਿੱਥੇ ਲੱਗਿਆ? ਆਰਫ ਵਾਲੇ ਰਹਿ ਕੇ 2 ਸਾਲ ਉੱਥੇ ਗੁਜ਼ਾਰੇ, ਲਾਹੌਰ, ਕਸੂਰ? ਮੇਰਾ ਨਾ ਸਹੀ ਪੁੱਛੋ ਤਾਂ ਮੇਰਾ ਦਿਲ ਆਰਫ ਵਾਲੇ ਲੱਗਦਾ ਹੈ, ਆਰਫ ਵਾਲੇ ਜ਼ਿਆਦਾ ਦਿਲ ਲੱਗਦਾ ਹੈ। ਮਤਲਬ ਘਰ ਵੀ ਚਲਾ ਜਾਵਾਂ, ਘਰ ਤੇ ਫਿਰ ਤੁਹਾਨੂੰ ਪਤਾ ਹਰ ਬੰਦੇ ਨੂੰ ਪਿਆਰਾ ਹੁੰਦਾ, ਲੇਕਿਨ ਘਰ ਤੋਂ ਬਾਅਦ ਅਗਰ ਮੈਨੂੰ ਕੋਈ ਚੀਜ਼ ਅੱਛੀ ਲੱਗਦੀ ਨਾ, ਮੈਂ ਜਿੱਥੇ ਰਹਿਣਾ ਪਸੰਦ ਕਰਨਾ, ਉਹ ਆਰਫ ਵਾਲਾ ਸ਼ਹਿਰ ਹੈ। ਹੁਣ ਪੱਤੋ ਕਿ ਅਸੀਂ ਸ਼ੁਰੂ ਕਰ ਲਿਆ, ਅੱਗੇ ਦੇਖੋ ਜਿਵੇਂ ਅੱਲਾ ਨੂੰ ਮਨਜ਼ੂਰ। ਨੈਕਸਟ ਤੁਹਾਡੀ ਕੰਪਨੀ ਦਾ ਕੋਈ ਪਲਾਨ ਇਸ ਤੋਂ ਅੱਗੇ ਕਿਤੇ FM ਲਗਾਉਣ ਦਾ? ਫਿਲਹਾਲ ਅਸੀਂ ਪੱਤੋ ਕੀ ਸ਼ੁਰੂਆਤ ਕੀਤੀ ਹੈ ਤੇ ਉਹਦੇ ਵਿੱਚ ਮੇਰਾ ਟਾਈਮ ਥੋੜਾ ਜਿਹਾ ਡਿਵਾਈਡ ਹੋ ਜਾਏਗਾ, ਕੁਛ ਦਿਨ ਆਰਫ ਵਾਲਾ ਰਹਾਂਗੇ, ਕੁਛ ਦਿਨ ਪੱਤੋ ਕੀ ਰਹਾਂਗੇ। ਸਾਡੇ ਕੋਲ ਲਾਇਸੈਂਸ ਪਸਰੂਰ ਦਾ ਹੈ ਸੀ, ਲੇਕਿਨ ਫਿਲ ਵਕਤ ਸਾਡਾ ਉਹਦੇ ਤੇ ਕੰਮ ਕਰਨ ਦਾ ਕੋਈ ਐਸਾ ਪਲਾਨ ਨਹੀਂ ਹੋਇਆ। ਅੱਗੇ ਫਿਊਚਰ ਦੇ ਵਿੱਚ ਦੇਖਾਂਗੇ। ਪਾਕਪਤਨ ਨੂੰ ਕਿਉਂ ਛੱਡਤਾ ਸੀ? ਡਿਸਟ੍ਰਿਕਟ ਸੀ ਇਹ, ਸਾਨੂੰ ਲਾਇਸੈਂਸ ਹੀ ਆਰਫ ਵਾਲਾ ਦਾ ਮਿਲਿਆ ਸੀ, ਤਹਿਸੀਲ ਲੈਵਲ ਤੇ ਸਾਨੂੰ ਲਾਇਸੈਂਸ ਮਿਲਿਆ ਸੀ, ਤੇ ਇਸ ਲਈ ਫਿਰ ਅਸੀਂ ਇੱਥੇ ਹੀ ਹਾਂਜੀ ਤਹਿਸੀਲ ਆਰਫ ਵਾਲੇ ਵਿੱਚ ਲਾਇਆ ਸੀ। ਸਹੀ ਹੋ ਗਿਆ। ਕਿਉਂਕਿ ਬੁੱਲੇ ਸ਼ਾਹ ਦੀ ਧਰਤੀ ਦਾ ਤੁਹਾਡਾ ਤਾਲੁਕ ਹੈ, ਤੇ ਕੋਈ ਸ਼ੇਰ ਬੁੱਲੇ ਸ਼ਾਹ ਦਾ ਸਾਡੀ ਆਵਾਮ ਨੂੰ ਸੁਣਾਓ। ਤੁਸੀਂ ਉਵੇਂ ਤੇ ਬੜੇ ਸੁਣਾਉਂਦੇ ਹੋਵੋਗੇ ਸ਼ੇਰ। ਬੁੱਲੇ ਸ਼ਾਹ ਦੇ ਸ਼ੇਰ ਜਿਹੜੇ ਨੇ ਨਾ, ਉਹ ਬਹੁਤ ਜ਼ਿਆਦਾ ਐਸੇ ਸ਼ੇਰ ਨੇ ਕਿ ਜਿਨ੍ਹਾਂ ਨੂੰ ਨਾ ਲੋਕ ਨਾ ਸਮਝਦੇ ਨਹੀਂ ਦੇ। ਮੈਂ ਉਹਦਾ ਬੁੱਲੇ ਸ਼ਾਹ ਦਾ ਇੱਕ ਹੀ ਸ਼ੇਰ ਸੁਣਾਵਾਂਗਾ ਕਿ ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਇਹਦੇ ਤੋਂ ਮੁਰਾਦ ਮੈਂ ਜਿਹੜੀ ਚੀਜ਼ ਲੈਣਾ ਨਾ, ਉਹ ਇਹ ਲੈਣਾ ਕਿ ਜਿਹੜੇ ਲੋਕ ਲੋਕਾਂ ਦੀ ਖਿਦਮਤ, ਆਵਾਮ ਦੀ ਖਿਦਮਤ ਕਰ ਜਾਂਦੇ ਨੇ ਨਾ, ਉਹ ਕਦੇ ਵੀ ਫੌਤ ਨਹੀਂ ਹੁੰਦੇ, ਉਹ ਲੋਕਾਂ ਦੇ ਦਿਲਾਂ ਦੇ ਵਿੱਚ ਨਾ ਜ਼ਿੰਦਾ ਰਹਿੰਦੇ ਨੇ। ਜਿੰਨੀ ਮਿਸਾਲ ਪਾਕਿਸਤਾਨ ਦੇ ਜਿਹੜੇ ਬਹੁਤ ਵੱਡੇ ਇੱਕ ਨਾਮਵਰ ਖਾਦਮ ਕਰਾਚੀ ਤੋਂ ਫੌਤ ਹੋ ਗਏ, ਬਿਲਕੁਲ ਉਹਨਾਂ ਨੂੰ ਨਹੀਂ ਭੁਲਾਇਆ ਜਾ ਸਕਦਾ। ਈਦੀ ਸਾਹਿਬ ਨੇ, ਉਹਨਾਂ ਦੀ ਖਿਦਮਾਤ ਨੇ, ਉਹ ਬੇਸਿਕਲੀ ਉਹ ਜਿਹੜਾ ਸ਼ੇਰ ਸੀ ਨਾ, ਉਹਨਾਂ ਵਰਗੇ ਲੋਕਾਂ ਵਾਸਤੇ ਬਣਾਇਆ, ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਨੇ। ਤੇ ਹਮੇਸ਼ਾ ਇਨਸਾਨ ਨੂੰ ਨਾ ਲੋਕਾਂ ਵਾਸਤੇ ਕੰਮ ਕਰਨਾ ਚਾਹੀਦਾ, ਇਨਸਾਨੀਅਤ ਵਾਸਤੇ ਕੰਮ ਕਰਨਾ ਚਾਹੀਦਾ। ਯਾਨੀ ਕਿ ਅਬਦੁਲ ਸਤਾਰ ਈਦੀ ਸਾਹਿਬ ਸਾਡੇ ਵਾਸਤੇ, ਤੁਹਾਡੇ ਵਾਸਤੇ ਜ਼ਿੰਦਾ ਮਿਸਾਲ ਨੇ, ਔਰ ਇਹ ਸ਼ੇਰ ਉਹਨਾਂ ਵਾਸਤੇ। ਬਿਲਕੁਲ ਸਹੀ ਹੈ, ਸਹੀ ਕਹਿ ਰਹੇ। ਆਰਜੇ ਅਲੀ ਸਾਹਿਬ, ਤੁਸੀਂ ਮਾਸ਼ਾਅੱਲਾ ਸਾਨੂੰ ਬੜਾ ਅੱਛਾ ਟਾਈਮ ਦਿੱਤਾ, ਤੁਹਾਡੇ ਨਾਲ ਬੜੀ ਅੱਛੀ ਗੁਫ਼ਤਗੂ ਹੋਈ ਮੁਖਤਸਰ ਵਕਤ ਦੇ ਵਿੱਚ। ਤੁਸੀਂ ਮਾਸ਼ਾਅੱਲਾ ਬਿਜ਼ੀ ਆਦਮੀ ਹੋ, ਤੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਵਾਇਸ ਆਫ ਪੰਜਾਬ ਉੱਤੇ, ਸੁਣਦੇ ਤੁਹਾਨੂੰ ਰੋਜ਼ ਹੀ ਨੇ, ਅੱਜ ਤੁਹਾਨੂੰ ਵੇਖ ਰਹੇ ਨੇ ਮਾਸ਼ਾਅੱਲਾ, ਉਹਨਾਂ ਦੇ ਨਾਮ ਆਪਣੇ ਵੱਲੋਂ ਕੋਈ ਇੱਕ ਪੈਗਾਮ ਜਿਹੜਾ ਦੇਣਾ ਚਾਹੋ। ਦੇਖੋ, ਸਾਡੀ ਯੰਗ ਜਨਰੇਸ਼ਨ ਹੈ ਨਾ, ਪਾਕਿਸਤਾਨ ਦਾ ਕੀਮਤੀ ਅਸਾਸ ਹੈ। ਬਿਲਕੁਲ। ਔਰ ਇਸ ਟਾਈਮ ਪਾਕਿਸਤਾਨ ਨੂੰ ਅਗਰ ਕਿਸੇ ਚੀਜ਼ ਦੀ ਲੋੜ ਹੈ ਨਾ, ਤਾਂ ਉਹ ਯੰਗ ਜਨਰੇਸ਼ਨ ਦੀ ਲੋੜ ਹੈ। ਔਰ ਸਾਡੇ ਮੁਲਕ ਦੇ ਅੰਦਰ ਜੋ ਮੁਆਸ਼ੀ ਬਦਹਾਲੀ ਚੱਲਦੀ ਆ ਰਹੀ ਹੈ, ਉਹਨੂੰ ਖ਼ਤਮ ਕਰਨ ਵਾਸਤੇ ਸਾਡੀ ਯੰਗ ਜਨਰੇਸ਼ਨ ਨੂੰ ਮੈਂ ਇਹ ਸਮਝਾਂਗਾ ਕਿ ਟੈਕਨੀਕਲ ਐਜੂਕੇਸ਼ਨ ਜਿਹੜੀ ਨਾ, ਉਹ ਹਾਸਲ ਕਰਨੀ ਚਾਹੀਦੀ ਹੈ। ਕਿਉਂਕਿ ਟੈਕਨੀਕਲ ਐਜੂਕੇਸ਼ਨ ਦੇ ਜ਼ਰੀਏ ਹੀ ਅਸੀਂ ਆਪਣੀ ਜਿਹੜੇ ਨਾ ਹਾਲਾਤ ਨੂੰ ਬਿਹਤਰ ਕਰ ਸਕਦੇ ਹਾਂ। ਹੁਨਰਮੰਦ ਹੋਣਾ ਚਾਹੀਦਾ ਹੈ। ਤਾਲੀਮ ਹਾਸਲ ਕਰਨਾ ਜ਼ਰੂਰੀ ਹੈ, ਲੇਕਿਨ ਤਾਲੀਮ ਇੱਕ ਮੁਨਾਸਬ, ਮਤਲਬ ਇੰਨੀਆਂ ਡਿਗਰੀਆਂ ਲੈ ਕੇ ਤੁਸੀਂ ਕੀ ਕਰਨਾ ਕਿ ਜਦੋਂ ਤੁਸੀਂ ਬੇਰੋਜ਼ਗਾਰ ਪਿਓ। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਐਸੇ ਇਦਾਰੇ ਨੇ, ਬਹੁਤ ਸਾਰੇ ਲੋਕ ਐਸੇ ਹੈ ਨੇ ਜਿਨ੍ਹਾਂ ਕੋਲ ਡਿਗਰੀਆਂ ਤੇ ਹੈ ਨੇ, ਲੇਕਿਨ ਜੌਬ ਨਹੀਂ ਮਿਲਦੀ। ਮੈਂ ਖੁਦ ਤੁਹਾਨੂੰ ਦੱਸਾਂ ਕਿ ਮੇਰੇ ਕੋਲ MPhil ਜਿਹੜੇ ਪਾਸ ਲੋਗਾ ਕੀਤਾ ਹੁੰਦਾ ਨਾ, ਉਹ ਸੀਵੀਆਂ ਆਉਂਦੀਆਂ ਨੇ ਜੌਬ ਵਾਸਤੇ ਕਿ ਜੀ ਕੰਪਿਊਟਰ ਆਪਰੇਟਰ ਸੀ ਬਣਨਾ। ਇਸ ਲਈ ਮੈਂ ਕਹਿੰਦਾ ਕਿ ਮੈਨੂੰ ਪਾਕਿਸਤਾਨ ਦੇ ਯੰਗ ਜਨਰੇਸ਼ਨ ਨੂੰ ਦੇਖ ਕੇ ਨਾ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ, ਅਫਸੋਸ ਹੁੰਦਾ ਹੈ ਕਿ ਯਾਰ ਇੰਨਾ ਪੜ੍ਹਨ ਲਿਖਣ ਤੋਂ ਬਾਅਦ ਤੇ ਨਾ ਉਹਨਾਂ ਕੋਲ ਜਿਹੜਾ ਨਾ ਜੌਬ ਨਹੀਂ ਹੈ, ਉਹਨਾਂ ਕੋਲ ਰੋਜ਼ਗਾਰ ਦੇ ਮੇਰਾ ਖਿਆਲ ਆ ਕਿ ਉਹ ਇੱਕ ਅੱਛਾ ਘਰ ਚਲਾ ਸਕਦੇ ਨੇ, ਬਹੁਤ ਅੱਛਾ ਘਰ ਚਲਾ ਸਕਦੇ ਨੇ। ਉਹਦੇ ਤੋਂ ਤੁਸੀਂ ਆਨਲਾਈਨ ਅਰਨਿੰਗ, ਮਤਲਬ YouTube ਚੈਨਲ ਤੁਸੀਂ ਬਣਾ ਸਕਦੇ ਜੇ, ਤੁਸੀਂ ਫਾਈਵਰ ਤੇ ਕੰਮ ਕਰ ਸਕਦੇ ਜੇ, ਬਹੁਤ ਸਾਰੀ ਆਨਲਾਈਨ Amazon ਤੇ ਲੋਕ ਕੰਮ ਕਰ ਰਹੇ ਨੇ। ਕੰਪਿਊਟਰ ਸ਼ਾਰਟ ਕੋਰਸਿਸ ਤੁਸੀਂ ਕਰਵਾ ਲਓ, ਟੈਕਨੀਕਲ ਐਜੂਕੇਸ਼ਨ ਤੁਸੀਂ ਹਾਸਲ ਕਰੋ। ਔਰ ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਬੱਚੀਆਂ ਨੇ, ਸਾਡੀਆਂ ਬੇਟੀਆਂ ਨੇ, ਉਹਨਾਂ ਨੂੰ ਮੈਂ ਕਹਾਂਗਾ ਉਹਨਾਂ ਦੇ ਜਿਹੜੇ ਵਾਲਦੈਨ ਨੇ, ਠੀਕ ਹੈ ਡਾਕਟਰ ਤੁਸੀਂ ਬਣਾਉਣਾ, ਪਾਇਲਟ ਬਣਾਉਣਾ, ਅੱਛੀ ਗੱਲ ਹੈ, ਉਹ ਕਰ ਸਕਦੇ ਨੇ, ਲੇਕਿਨ ਜਿਹੜੇ ਲੋਕ ਨਹੀਂ ਨਾ ਕਰ ਸਕਦੇ, ਉਹਨਾਂ ਨੂੰ ਮੈਂ ਇਹ ਆਖਾਂਗਾ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਜਿਹੜਾ ਨਾ ਸਟਿਚਿੰਗ ਉਹ ਸਿਖਾਉਣ, ਬਿਊਟੀਸ਼ਨ, ਉਸ ਤੋਂ ਬਾਅਦ ਤੇ ਕੰਪਿਊਟਰ ਖਾਸ ਤੌਰ ਤੇ ਇਸ ਟਾਈਮ ਜ਼ਰੂਰਤ ਬਣ ਚੁੱਕੀ ਹੈ। ਤੁਸੀਂ ਕਿਸੇ ਵੀ ਫੀਲਡ ਵਿੱਚ ਜਾਂਦੇ ਜੇ ਨਾ, ਉੱਥੇ ਕੰਪਿਊਟਰ ਜ਼ਰੂਰੀ ਹੈ ਤੇ ਕੰਪਿਊਟਰ ਦੀ ਤਾਲੀਮ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਕੰਪਿਊਟਰ ਦੀ ਤਾਲੀਮ ਬੱਚੇ ਨੂੰ ਸਿਖਾ ਦਿਓ, ਕੰਪਿਊਟਰ ਦਾ ਕੰਮ ਸਿਖਾ ਦਿੰਦੇ ਹੋ ਨਾ, ਤੇ ਉਹ ਭੁੱਖਾ ਨਹੀਂ ਬੈਠੇਗਾ।
ਮੈਂ ਬਹੁਤ ਸਾਰੇ ਐਸੇ ਲੋਕ ਦੇਖੇ ਨੇ ਆਰਐਫ ਵਾਲੇ ਦੇ ਵਿੱਚ ਆਪਣਾ ਛੋਟਾ ਜਿਹਾ ਆਰਐਫ ਵਾਲਾ ਇੱਕ ਗਾਉਂ ਟਾਈਪ ਤੁਸੀਂ ਇਹਨੂੰ ਕਹਿ ਸਕਦੇ ਹਾਂ ਹੋ 61 EB ਦੇ ਨਾਮ ਤੋਂ ਬਿਲਕੁਲ ਹਾਂ ਲੋਕ ਇੱਥੇ ਬਹੁਤ ਸਾਰੇ ਲੋਕ ਨੇ ਮਹੀਨੇ ਦਾ 1.5 ਲੱਖ 2 ਲੱਖ ਇੰਨਾ ਅਰਨਿੰਗ ਕਰਦੇ ਪਏ ਨੇ ਇਹਦੇ ਤੋਂ। ਮੈਂ ਖੁਦ YouTube ਚੈਨਲ ਤੇ ਵੀ ਕੰਮ ਕਰ ਰਿਹਾ, ਨਾਲ ਨਾਲ ਉਹ ਵੀ ਕਰ ਰਿਹਾ। ਕਿਸ ਨਾਮ ਤੋਂ ਚੈਨਲ ਚਲਾ ਰਹੇ ਮੇਰਾ ਹੈਲਥ ਦੇ ਨਾਮ ਤੇ ਚੈਨਲ ਹੈਗਾ ਘਰ ਕਾ ਡਾਕਟਰ, ਮਤਲਬ ਉਹਦੇ ਤੇ ਮੈਂ ਕੰਮ ਕਰ ਰਿਹਾ। ਇਸ ਤੋਂ ਪਹਿਲੇ ਮੈਂ ਬੇਸ਼ੁਮਾਰ ਚੈਨਲ ਬਣਾ ਕੇ ਸੇਲ ਵੀ ਕੀਤੇ ਨੇ, ਯਾਨੀ ਕਿ ਅਰਨਿੰਗ ਦਾ ਜ਼ਰੀਆ ਵੀ ਅਰਨਿੰਗ ਦਾ ਜ਼ਰੀਆ ਵੀ ਸਿਖਾ ਵੀ ਰਿਹਾ। ਮੈਂ ਨਾ ਜਿੱਥੇ ਵੀ ਮੈਨੂੰ ਕੋਈ ਬੰਦਾ ਮਿਲਦਾ ਨਾ, ਮਤਲਬ ਮੈਨੂੰ ਕੋਈ ਮੇਰੇ ਕੋਲ ਮਸ਼ਵਰਾ ਲਵੇ ਨਾ, ਤਾਂ ਮੈਂ ਉਹਨੂੰ ਕਹਿੰਦਾ ਕਿ ਤੂੰ ਜੌਬ ਨਾ ਕਰ। ਮੈਂ ਜੌਬ ਵਾਲੇ ਉਹਨੂੰ ਜਾਣ ਹੀ ਨਹੀਂ ਦਿੰਦਾ। ਬਿਲਕੁਲ ਜੌਬ ਦੇ ਨਾਲ ਤੁਸੀਂ ਸਿਰਫ ਗੁਜ਼ਰ ਬਸਰ ਕਰ ਸਕਦੇ ਜੀ, ਜਿੰਨੀ ਮਰਜ਼ੀ ਅੱਛੀ ਜੌਬ ਹੈ। ਜਾਂ ਤਾਂ ਤੁਸੀਂ ਬਿਊਰੋਕਰੇਟ ਬਣ ਜਾਓ ਅਗਰ ਤੁਸੀਂ ਅੱਛਾ ਲਾਈਫ ਸਟਾਈਲ ਗੁਜ਼ਾਰਨਾ ਹੈ। ਅਗਰ ਤੁਸੀਂ ਉਸ ਤੋਂ ਹਟ ਕੇ ਕੋਈ ਜੌਬ ਕਰਨੀ ਨਾ ਤੇ ਨਹੀਂ ਕਰਨੀ ਚਾਹੀਦੀ। ਇੱਕ ਦਾਇਰੇ 'ਚ ਘੁੰਮਣ ਗਏ ਉਹ ਤੋਂ ਬਾਹਰ ਨਹੀਂ ਜਾ ਸਕਦੇ, ਮਹਦੂਦ ਜ਼ੇਨ ਰਹਿ ਜਾਏਗਾ। ਹੁਣ ਮੈਂ ਜੌਬ ਕਰ ਰਿਹਾ ਨਾ, ਤਾਂ ਮਤਲਬ ਮੈਂ ਮਹਿਦੂਦ ਹਾਂ, ਮੈਂ ਬਾਹਰ ਨਹੀਂ ਜਾ ਸਕਦਾ। ਲੇਕਿਨ ਮੈਂ ਇਹ ਕਹਿਣਾ ਕਿ ਕਿਸੇ ਵੀ ਵਾਲਿदैन ਨੂੰ ਚਾਹੀਦਾ ਕਿ ਆਪਣੇ ਬੱਚੇ ਨੂੰ ਮਹਿਜ਼ ਇਸ ਵਾਸਤੇ ਤਾਲੀਮ ਨਾ ਦੇਣ ਕਿ ਉਹ ਨੌਕਰ ਬਣੇ। ਬਿਲਕੁਲ ਉਹਨੂੰ ਤਾਲੀਮ ਇਸ ਵਾਸਤੇ ਦਿੱਤੀ ਜਾਵੇ ਕਿ ਉਹ ਇੱਕ ਅੱਛਾ ਇਨਸਾਨ ਬਣੇ ਔਰ ਇੱਕ ਕਾਰੋਬਾਰੀ ਬਣੇ। ਬਿਲਕੁਲ ਉਹਨੂੰ ਕਾਰੋਬਾਰ ਕਰਨਾ ਚਾਹੀਦਾ। ਕਾਰੋਬਾਰ ਖਾਏ ਛੋਟਾ ਹੋਵੇ ਜਾਂ ਵੱਡਾ ਹੋਵੇ। ਚਾਈਨਾ ਉੱਥੇ ਬੱਚੇ ਨੂੰ ਇੱਕ ਸਾਈਡ ਤੇ ਤਾਲੀਮ ਦਿੱਤੀ ਜਾ ਰਹੀ ਹੈ, ਨਾਲ ਕਾਰਖਾਨੇ ਨੇ ਉੱਥੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਵੇਂ ਬੱਚਾ ਉਧਰੋਂ ਤਾਲੀਮ ਤੁਹਾਡੇ ਕੋਲ ਨਾ, ਮੈਂ ਇਹ ਸਮਝਣਾ ਕਿ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਤੁਸੀਂ ਹਲਾਲ ਹਰਾਮ ਦੀ ਪਹਿਚਾਣ ਕਰ ਸਕੋ ਔਰ ਅਖਲਾਕੀਆਤ ਇੱਕ ਅੱਛਾ ਇਨਸਾਨ ਤੁਸੀਂ ਬਣ ਜਾਓ, ਤੁਹਾਨੂੰ ਦੀਨ ਦੀ ਦੁਨੀਆ ਦੀ ਸਮਝ ਲੱਗ ਜਾਵੇ, ਇੰਨੀ ਤਾਲੀਮ ਕਾਫੀ ਹੈ। ਬਹੁਤ ਜ਼ਿਆਦਾ ਡਿਗਰੀਆਂ ਲੈ ਕੇ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਜਾਂ ਕਿਸੇ ਵੀ ਜਗ੍ਹਾ ਤੇ ਅਗਰ ਤੁਸੀਂ ਕਾਮਯਾਬ ਇਨਸਾਨ ਦੇਖੋਗੇ ਨਾ, ਤੇ ਉਹ ਨਾਲਾਇਕ ਇਨਸਾਨ ਹੋਣਗੇ। ਬਿਲਕੁਲ ਉਹਨਾਂ ਨੂੰ ਗਿਰ ਕੇ ਉੱਪਰ ਆਏ ਨੇ, ਉਹ ਬਸ ਐਵੇਂ ਧੱਕੇ ਨਾਲ ਪਾਸ ਹੁੰਦੇ ਨੇ ਉਹ। ਲੇਕਿਨ ਅੱਜ ਉਹ ਕਾਮਯਾਬ ਇਨਸਾਨ ਨੇ, ਕਾਮਯਾਬ ਤਰੀਨ ਨੇ। ਤੇ ਇਸ ਲਈ ਕਾਮਯਾਬ ਇਨਸਾਨ ਬਣਨ ਵਾਸਤੇ ਨਾ ਬਹੁਤ ਜ਼ਿਆਦਾ ਤਾਲੀਮ ਦਾ ਹੋਣਾ ਜ਼ਰੂਰੀ ਨਹੀਂ ਹੈ, ਮਿਹਨਤ ਹੋਣੀ ਜ਼ਰੂਰੀ ਹੈ, ਹੁਨਰ ਦਾ ਹੋਣਾ ਬਹੁਤ ਜ਼ਰੂਰੀ ਹੈ, ਇੱਕ ਕਾਬਲ ਜ਼ਿਹਨ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹ ਅਗਰ ਹੈ ਤੁਹਾਡੇ ਕੋਲ, ਤੁਸੀਂ ਕਾਮਯਾਬ ਇਨਸਾਨ ਬਣ। ਮਾਸ਼ਾਅੱਲਾ, ਬਹੁਤ ਅੱਛਾ ਮੈਸੇਜ ਹੈ ਜੀ, ਬਹੁਤ ਸ਼ੁਕਰੀਆ ਅਲੀ ਭਾਈ ਜੀ। ਨਾਜ਼ਰੀਨ, ਵਾਇਸ ਆਫ ਪੰਜਾਬ ਉੱਤੇ ਅੱਜ ਤੁਹਾਡੀ ਮੁਲਾਕਾਤ ਕਰਵਾ ਰਿਹਾ ਸੀ ਆਰੇਵਾਲਾ ਦੇ FM ਰੇਡੀਓ ਨੂੰ ਜਿਹੜੇ ਹੈਂਡਲ ਕਰਨ ਵਾਲੇ ਨੇ ਮੋਹਤਰਮ ਜਨਾਬ RJ ਅਲੀ ਸਾਹਿਬ, ਜਿਨ੍ਹਾਂ ਦਾ ਨਾਮ ਤੁਸੀਂ ਬਹੁਤ ਦਫਾ ਸੁਣਿਆ, ਜਿਨ੍ਹਾਂ ਦੀ ਆਵਾਜ਼ ਤੁਸੀਂ ਡੇਲੀ ਸੁਣਦੇ ਹੋ, ਤੇ ਅੱਜ ਤੁਹਾਨੂੰ ਉਹਨਾਂ ਨਾਲ ਮੁਲਾਕਾਤ ਕਰਵਾਈ ਹੈ। ਤੇ ਉਮੀਦ ਹੈ ਕਿ ਤੁਹਾਨੂੰ ਅੱਛਾ ਲੱਗਿਆ ਹੋਵੇਗਾ। ਇਹਨਾਂ ਦੇ ਬਾਰੇ ਜਿਹੜੇ ਕਮੈਂਟ ਤੁਹਾਡੇ ਕੋਲ ਹੋਣਗੇ ਇਨਸ਼ਾਅੱਲਾ ਸਾਡੇ ਤੱਕ ਪਹੁੰਚਣਗੇ, ਤੇ ਇਨਸ਼ਾਅੱਲਾ ਬਹੁਤ ਜਲਦ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਦੇ ਨਾਲ ਪੰਜਾਬ ਦੀ, ਪਾਕਿਸਤਾਨ ਦੀ ਲੋਕਾਂ ਨਾਲ ਮਿਲਵਾਵਾਂਗੇ। ਇਸ ਕਰਕੇ ਜੁੜੇ ਰਹੋ ਵਾਇਸ ਆਫ ਪੰਜਾਬ ਦੇ ਨਾਲ। ਕੈਮਰਾਮੈਨ ਅਜ਼ਾਨ ਸੇਠੀ ਦੇ ਨਾਲ ਹਾਫਿਜ਼ ਖਾਲਿਦ, ਵਾਇਸ ਆਫ ਪੰਜਾਬ, ਡਿਸਟ੍ਰਿਕਟ ਪਾਕਪਤਨ।